Hi everyone, today our topic is communication channels. First one क्या formal communication channels, informal communication channels and unofficial communication channels. Formal communication channels. Formal communication include exchange of information such as goals, policies and procedures of an organization. ਫਾਰਮਲ ਕਮਿਊਨੀਕੇਸ਼ਨ ਦੇ ਵਿੱਚ ਆਪਣਾ ਕੀ ਹੁੰਦਾ ਕਿ ਆਪਾਂ ਨੇ ਕੋਈ ਵੀ ਇਨਫੋਰਮੇਸ਼ਨ ਅੱਗੇ ਟਰਾਂਸਫਰ ਕਰਨੀ, ਜਿੱਦਾਂ ਕੋਈ ਗੋਲਸ ਦੇ ਰਿਗਾਰਡਿੰਗ ਹੋ ਗਿਆ, ਪੋਲਿਸੀਜ਼ ਦੇ ਰਿਗਾਰਡਿੰਗ, ਅਤੇ ਜਿਹੜੀ ਔਰ ਕਿਸੇ ਔਰਗਨਾਈਜੇਸ਼ਨ ਦਾ ਪ੍ਰੋਸੀਜਰ ਕੀ ਹੋਊਗਾ ਉਸ ਦੇ ਰਿਗਾਰਡਿੰਗ ਕੋਈ ਇਨਫੋਰਮੇਸ਼ਨ ਆਪਾਂ ਨੇ ਅੱਗੇ ਐਕਸਚੇਂਜ ਕਰਨੀ, ਉਹਨੂੰ ਆਪਾਂ ਕੀ ਕਹਿੰਦੇ ਹਾਂ ਫਾਰਮਲ ਕਮਿਊਨੀਕੇਸ਼ਨ। ਮੋਸਟ ਆਫ ਦੀ common examples of formal communication include company business plans, strategy, goals, annual report, agreements, company-wide communication, workplace safety guidelines and procedures, board presentations, etc. ठीक है जी, ਇਹ ਕੀ ਨੇ ਆਪਣੇ ਕਾਮਨ ਐਗਜ਼ਾਮਪਲਸ ਨੇ ਫਾਰਮਲ ਕਮਿਊਨੀਕੇਸ਼ਨ ਦੀਆਂ ਕਿ ਇਹਦੇ ਵਿੱਚ ਕਿਹੜੀ ਕਿਹੜੀ ਇਨਫੋਰਮੇਸ਼ਨ ਆਪਣੀ ਜਿਹੜੀ ਆਪਾਂ ਐਕਸਚੇਂਜ ਕਰਦੇ ਹਾਂ। ਠੀਕ ਹੈ ਜੀ। ਅੱਗੇ ਕੀ ਹੈ ਇਨਫੋਰਮਲ ਕਮਿਊਨੀਕੇਸ਼ਨ ਚੈਨਲਸ। ਇਨਫੋਰਮਲ ਕਮਿਊਨੀਕੇਸ਼ਨ ਚੈਨਲਸ ਆਰ ਆਲਸੋ ਯੂਜ਼ਡ ਟੂ ਡਿਲੀਵਰ ਅਫੀਸ਼ੀਅਲ ਬਿਜ਼ਨਸ ਮੈਸੇजेस ਬਟ ਇਨ ਅ ਮੋਰ ਰਿਲੈਕਸਡ ਵੇ। ਇਨਫੋਰਮਲ ਕਮਿਊਨੀਕੇਸ਼ਨ ਚੈਨਲਸ ਦੇ ਵਿੱਚ ਕੀ ਹੁੰਦਾ ਹੈ ਕਿ ਆਪਾਂ ਇਹਦੇ ਵਿੱਚ ਕੀ ਹੈ ਓਫੀਸ਼ੀਅਲ ਬਿਜ਼ਨਸ ਮੈਸੇजेस ਨੇ ਜਿਹੜੇ ਆਪਾਂ ਉਹ ਡਿਲੀਵਰ ਕਰਵਾਉਣੇ ਹੁੰਦੇ ਨੇ ਕਿ ਆਪਾਂ ਨੂੰ ਜਿਹੜੀ ਇਨਫੋਰਮੇਸ਼ਨ ਆ ਉਹ ਇੱਕ ਰਿਲੈਕਸ ਵੇ ਦੇ ਵਿੱਚ ਇੱਕ ਵਧੀਆ ਵੇ ਦੇ ਵਿੱਚ ਆਪਾਂ ਨੂੰ ਕੀ ਆ ਉਹ ਰਿਸੀਵ ਹੋ ਸਕੇ ਅਤੇ ਆਪਾਂ ਅੱਗੇ ਟਰਾਂਸਫਰ ਕਰ ਸਕੀਏ। ਠੀਕ ਹੈ ਜੀ। ਸਮ ਐਗਜ਼ਾਮਪਲਸ ਆਫ ਇਨਫੋਰਮਲ ਕਮਿਊਨੀਕੇਸ਼ਨ ਇਨਕਲੂਡ ਕਨਵਰਸੇਸ਼ਨਸ ਐਟ ਵਰਕ ਐਡਰੈਸਿੰਗ various issues that team members may have, lunchtime conversations and continuous collaboration among team members। ਠੀਕ ਹੈ, ਮਤਲਬ ਇੱਕ ਟੀਮ ਦੇ ਵਿੱਚ ਹੁੰਦਾ ਆਪਣਾ ਜਿਹੜਾ ਇਨਫੋਰਮਲ ਕਮਿਊਨੀਕੇਸ਼ਨ ਹੁੰਦਾ ਗਾ, ਜਿੱਦਾਂ ਲੰਚ ਟਾਈਮ ਕੋਈ ਆਪਾਂ ਕਨਵਰਸੇਸ਼ਨ ਕਰਦੇ ਹਾਂ। ਠੀਕ ਹੈ, ਉਦੋਂ ਬਾਅਦ 'ਚ ਕੀ ਹੈ ਆਪਾਂ ਜੇ ਕੋਈ ਵਰਕ ਐਡਰੈਸਿੰਗ ਦੇ ਰਿਗਾਰਡਿੰਗ ਆਪਾਂ ਕਮਿਊਨੀਕੇਸ਼ਨ ਕਰਦੇ ਹਾਂ। ਠੀਕ ਹੈ ਜੀ, ਉਹਨੂੰ ਕੀ ਕਹਿੰਦੇ ਆਪਾਂ ਇਨਫੋਰਮਲ ਕਮਿਊਨੀਕੇਸ਼ਨ ਚੈਨਲਸ ਕਹਿੰਦੇ ਹਾਂ। ਅਨਓਫੀਸ਼ੀਅਲ ਕਮਿਊਨੀਕੇਸ਼ਨ ਚੈਨਲਸ। ਇਨ ਐਡੀਸ਼ਨ ਟੂ ਓਫੀਸ਼ੀਅਲ ਕਮਿਊਨੀਕੇਸ਼ਨ ਚੈਨਲ ਦੇਰ ਇਜ਼ ਆਲਸੋ ਐਨ ਅਨਓਫੀਸ਼ੀਅਲ ਮੋਡ ਆਫ ਕਮਿਊਨੀਕੇਸ਼ਨ ਦੈਟ ਇਜ਼ ਕੁਆਇਟ ਕੋਮਨ ਇਨ ਵਰਕ ਪਲੇਸ। ਕਹਿੰਦੇ ਜਿਹੜੇ ਆਪਾਂ ਓਫੀਸ਼ੀਅਲ ਕਮਿਊਨੀਕੇਸ਼ਨ ਚੈਨਲ ਦੇ ਨਾਲ ਕੀ ਹੈ ਆਪਾਂ ਇੱਕ ਅਨਓਫੀਸ਼ੀਅਲ ਮੋਡ ਵੀ ਆਉਂਦਾ ਕਮਿਊਨੀਕੇਸ਼ਨ ਦੇ ਵਿੱਚ, ਜਿਹੜਾ ਕੀ ਹੈ ਇੱਕ ਬਹੁਤ ਜ਼ਿਆਦਾ ਕੁਆਇਟ ਕੋਮਨ ਵੇ ਹੈਗਾ ਕਿੱਥੇ ਜਿੱਥੇ ਵਰਕ ਪਲੇਸ 'ਤੇ ਆਪਾਂ ਕੋਈ ਇਨਫੋਰਮੇਸ਼ਨ ਕੀ ਆ ਉਹ ਐਕਸਚੇਂਜ ਕਰਨੀ ਹੈਗੀ। ਅਨਓਫੀਸ਼ੀਅਲ ਕਮਿਊਨੀਕੇਸ਼ਨ ਇਨਕਲੂਡ ਇੰਪਲੋਏ ਕਮਿਊਨੀਕੇਸ਼ਨ ਆਊਟਸਾਈਡ ਆਫ ਵਰਕ ਇਨਵਾਇਰਮੈਂਟ ਔਨ ਟੋਪਿਕ ਨਾਟ ਰਿਲੇਟਡ ਟੂ ਵਰਕ। ਜਿੱਦਾਂ ਅਨਓਫੀਸ਼ੀਅਲ ਕਮਿਊਨੀਕੇਸ਼ਨ ਕੀ ਹੋਗਾ ਕਿ ਇੰਪਲੋਏ ਕਮਿਊਨੀਕੇਸ਼ਨ ਹੁੰਦੀ ਹੈ, ਮਤਲਬ ਕਿਸੇ ਇੰਪਲੋਏ ਦੇ ਦੁਆਰਾ ਆਊਟਸਾਈਡ ਟੂ ਦੀ ਵਰਕ, ਮਤਲਬ ਜਿੱਥੇ ਉਹ ਕੰਮ ਕਰਦਾ ਉਹ ਤੋਂ ਆਊਟਸਾਈਡ ਜਾ ਕੇ ਕੋਈ ਇਨਫੋਰਮੇਸ਼ਨ ਸ਼ੇਅਰ ਕਰਨਾ ਜਿਹੜੀ ਵਰਕ ਦੇ ਰਿਗਾਰਡਿੰਗ ਨਹੀਂ ਹੁੰਦੀ ਗੀ। ਠੀਕ ਹੈ, ਜਿਹੜੀ ਆਪਾਂ ਆਮ ਤੌਰ 'ਤੇ ਗੱਲਬਾਤ ਕਰਦੇ ਇੱਕ ਦੂਜੇ ਨਾਲ। ਠੀਕ ਹੈ, ਉਹ ਕੀ ਹੁੰਦੀ ਆਪਣੀ ਅਨਓਫੀਸ਼ੀਅਲ ਕਮਿਊਨੀਕੇਸ਼ਨ। ਅੱਗੇ ਕੀ ਕਮਿਊਨੀਕੇਸ਼ਨ ਚੈਨਲਸ ਬਾਈ ਮੀਨ। ਠੀਕ ਹੈ, ਇਹ ਕੀ ਸੀ ਆਪਣੇ ਫਾਰਮਲ, ਇਨਫੋਰਮਲ ਅਤੇ ਅਨਓਫੀਸ਼ੀਅਲ ਕਮਿਊਨੀਕੇਸ਼ਨ ਚੈਨਲ। ਕਮਿਊਨੀਕੇਸ਼ਨ ਚੈਨਲਸ ਬਾਈ ਮੀਨ ਕਿਹੜੇ ਕਿਹੜੇ ਨੇ? ਡਿਜੀਟਲ ਕਮਿਊਨੀਕੇਸ਼ਨ ਚੈਨਲ ਫਸਟ ਵਨ ਹੈ। ਠੀਕ ਹੈ, ਇਲੈਕਟ੍ਰੋਨਿਕ ਮੀਨਸ ਆਫ ਕਮਿਊਨੀਕੇਸ਼ਨ ਇਨਕਲੂਡ ਵੇਰੀਅਸ ਔਨਲਾਈਨ ਟੂਲਸ ਦੈਟ ਇੰਪਲਾਈ ਯੂਜ਼ ਟੂ ਸਟੇ ਕਨੈਕਟਡ ਵਿਦ ਈਚ ਅਦਰ ਐਂਡ ਕੀਪ ਅਪ ਵਿਦ ਦੀ ਕੰਪਨੀ ਨਿਊਜ਼ ਐਂਡ ਅਪਡੇਟ। ਡਿਜੀਟਲ ਕਮਿਊਨੀਕੇਸ਼ਨ ਚੈਨਲਸ ਆਪਣੇ ਕੀ ਹੁੰਦੇ ਨੇ ਕਿ ਇਹ ਇਲੈਕਟ੍ਰੋਨਿਕ ਮੀਨਸ ਹੁੰਦੇ ਨੇ ਜਿਹਦੇ ਵਿੱਚ ਕੀ ਆ ਆਪਾਂ ਔਨਲਾਈਨ ਟੂਲਸ ਕੀ ਆ ਯੂਜ਼ ਕਰਦੇ ਹਾਂਗੇ। ਇੰਪਲੋਏ ਕਿਸੇ ਵੀ ਕੰਪਨੀ ਦੇ ਇੰਪਲੋਏ ਲਾ ਲਓ ਕੀ ਆ ਉਹ ਔਨਲਾਈਨ ਟੂਲ ਕੀ ਆ ਉਹ ਯੂਜ਼ ਕਰਦੇ ਨੇ ਇਨਫੋਰਮੇਸ਼ਨ ਨੂੰ ਐਕਸਚੇਂਜ ਕਰਨ ਦੇ ਲਈ ਜਾਂ ਫਿਰ ਕੰਪਨੀ ਦੇ ਕੰਟੈਕਟ ਦੇ ਵਿੱਚ ਰਹਿਣ ਲਈ। ਠੀਕ ਹੈ, ਤਾਂ ਕਿ ਉਹ ਕੀ ਆ ਵੈਲਿਊਏਬਲ ਇਨਫੋਰਮੇਸ਼ਨ ਹੈ ਜਿਹੜੀ ਉਹ ਲੈ ਸਕਣ ਅਤੇ ਅੱਗੇ ਕੀ ਆ ਉਹਦੀ ਅਪਡੇਸ਼ਨ ਦੇ ਸਕਣ ਅਤੇ ਕੰਪਨੀ ਨੂੰ ਕੀ ਆ ਉਹਦੀ ਟਾਈਮ ਟੂ ਟਾਈਮ ਜਿਹੜੀ ਉਹ ਨਿਊਜ਼ ਅਤੇ ਅਪਡੇਸ਼ਨ ਜਿਹੜੀ ਉਹ ਮਿਲਦੀ ਰਹੇ। ਫਿਰ ਉਹਨੂੰ ਆਪਾਂ ਕੀ ਕਹਿੰਦੇ ਡਿਜੀਟਲ ਕਮਿਊਨੀਕੇਸ਼ਨ ਚੈਨਲਸ। Today, digital communication channels are the most popular and most used channel in the workplace। ਕਹਿੰਦੇ most popular ਤੇ most usable channels ਨੇ ਅੱਜ ਦੇ ਟਾਈਮ 'ਚ। Some of the examples include email, internal communication platform, employee collaboration software and intranets। ਠੀਕ ਹੈ, ਇਹ ਕਿੰਨੇ ਕਾਮਨ ਐਗਜ਼ਾਮਪਲਸ ਨੇ ਜਿਹੜੀਆਂ ਅੱਜ ਦੇ ਟਾਈਮ 'ਚ ਡਿਜੀਟਲ ਕਮਿਊਨੀਕੇਸ਼ਨ ਚੈਨਲਸ ਦੇ ਜਿਹੜੇ ਨੇ ਆਪਾਂ ਯੂਜ਼ ਕਰਦੇ ਹਾਂਗੇ।
नेक्स्ट वन क्या है फेस टू फेस कम्युनिकेशन इवन थ्रो इलैक्ट्रॉनिक मीनस ऑफ कन्वर्सेशन इन वर्क प्लेस आर टेकिंग ओवर फेस टू फेस कम्युनिकेशन इज स्टिल एक्सट्रीमली इंपॉर्टेंट कहते भावें अपने इलैक्ट्रॉनिक मीनस ने ਜਿਹੜੇ मतलब ਜਿਹੜੇ ਆ डिजिटल कम्युनिकेशन चैनल है ਜਿਹੜੇ ਅੱਜ ਦੇ ਟਾਈਮ 'ਚ ਜ਼ਿਆਦਾ ਯੂਜ਼ ਹੁੰਦੀ ਹੈ ਵਰਕ ਪਲੇਸ 'ਤੇ ਅਤੇ ਉਹਦੇ ਨਾਲ ਕੀ ਹੈ ਫੇਸ ਟੂ ਫੇਸ ਕਮਿਊਨੀਕੇਸ਼ਨ ਵੀ ਉੱਥੇ ਇੰਪੋਰਟੈਂਟ ਹੈਗੀ ਬਹੁਤ ਜ਼ਿਆਦਾ ਤਾਂ ਕਿ ਆਪਾਂ ਫੇਸ ਟੂ ਫੇਸ ਇੰਟਰੈਕਸ਼ਨ ਕਰ ਸਕੀਏ ਅਤੇ ਆਪਣੀ ਇਨਫੋਰਮੇਸ਼ਨ ਹੈ ਜਿਹੜੀ ਉਹ ਈਜ਼ੀਲੀ ਇੱਕ ਦੂਜੇ ਨਾਲ ਐਕਸਚੇਂਜ ਹੋ ਸਕੇ ਅਤੇ ਆਪਾਂ ਇੱਕ ਦੂਜੇ ਦੇ ਕੰਟੈਕਟ ਦੇ ਵਿੱਚ ਰਹਿ ਸਕੀਏ ਦਿਸ ਮੀਨ ਮੋਰ ਮਚ ਮੋਰ ਪਰਸਨਲ ਐਂਡ ਇਟ ਹੈਜ਼ ਮੋਰ ਹਿਊਮਨ ਟੱਚ ਇਨ ਟੂ ਇਟ ਕਿ ਜਿੱਦਾਂ ਪਹਿਲਾਂ ਦੱਸਿਆ ਕਿ ਆਪਾਂ ਕਿਸੇ ਹਿਊਮਨ ਦੇ ਟੱਚ ਦੇ ਵਿੱਚ ਰਹਿਣ ਲਈ ਇੱਕ ਦੂਜੇ ਦੇ ਟੱਚ ਦੇ ਵਿੱਚ ਰਹਿਣ ਲਈ ਕੰਟੈਕਟ ਦੇ ਵਿੱਚ ਰਹਿਣ ਲਈ ਫੇਸ ਟੂ ਫੇਸ ਕਮਿਊਨੀਕੇਸ਼ਨ ਜਿਹੜੀ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ ਥਰਡ ਵਨ ਕੀ ਹੈ ਰਿਟਨ ਕਮਿਊਨੀਕੇਸ਼ਨ ਦਿਸ ਟਾਈਪ ਆਫ ਕਮਿਊਨੀਕੇਸ਼ਨ ਇਜ਼ ਆਲਮੋਸਟ ਕੰਪਲੀਟਲੀ dead within organizations. However, written communication is still necessary when important policies, letters, memos, notices and announcements are being communicated to the employee. written communication ਕਹਿੰਦੇ ਇਹ ਹਜੇ ਵੀ ਇੰਪੋਰਟੈਂਟ ਰੱਖਦੇ ਜਿੱਥੇ ਆਪਾਂ ਕਿ ਪੋਲਿਸੀਜ਼ ਜਾਂ ਕੋਈ ਲੈਟਰ ਮੈਮੇਜ ਜਾਂ ਕੋਈ ਮੈਨੂਅਲ ਆਪਾਂ ਨੇ ਜਾਂ ਅਨਾਊਂਸਮੈਂਟ ਕਰਨੀ ਹੋਵੇ ਕਿਸੇ ਵੀ ਇੰਪਲਾਈ ਨੂੰ ਇਨਫੋਰਮੇਸ਼ਨ ਦੇਣ ਦੇ ਲਈ ਅਤੇ ਆਪਾਂ ਕੀ ਹੈ ਰਿਟਨ ਕਮਿਊਨੀਕੇਸ਼ਨ ਉੱਥੇ ਯੂਜ਼ ਕਰਦੇ ਹਾਂ ਠੀਕ ਹੈ ਜੀ ਇਹ ਲੈਟਰ ਦੀ ਫਾਰਮ ਦੇ ਵਿੱਚ ਹੁੰਦੀ ਹੈ ਜਿੱਦਾਂ ਇੱਥੇ ਦੱਸਿਆ ਲੈਟਰ ਮੈਮੋਜ਼ ਮੈਨੂਅਲ ਨੋਟਿਸਿਸ ਅਨਾਊਂਸਮੈਂਟ ਠੀਕ ਹੈ ਇਹ ਕੀ ਆਪਾਂ ਰਿਟਨ ਕਮਿਊਨੀਕੇਸ਼ਨ ਵੀ ਆਪਣੀ ਰੋਜ਼ਾਨਾ ਦੀ ਜ਼ਿੰਦਗੀ 'ਚ ਕੀ ਆ ਉਹ ਮਾਇਨੇ ਰੱਖਦੇ ਆ ਇੱਕ ਅਲੱਗ ਪਲੇਸ ਹੈ ਇਹਦੀ ਨੈਕਸਟ ਟੌਪਿਕ ਕੀ ਹੈ ਆਪਣਾ ਬੈਰੀਅਰਸ ਟੂ ਇਫੈਕਟਿਵ ਕਮਿਊਨੀਕੇਸ਼ਨ ਫਸਟ ਕੀ ਹੈ ਫਿਜ਼ੀਕਲ ਐਂਡ ਸਾਈਕੋਲੋਜੀਕਲ ਬੈਰੀਅਰਸ these include distance background noise poor equipment bad hearing poor eyesight speech impediments ਠੀਕ ਹੈ ਜੀ ਇਹਦੇ ਵਿੱਚ ਕੀ ਇਨਕਲੂਡ ਹੁੰਦਾ ਇੱਕ ਡਿਸਟੈਂਸ ਹੋ ਗਿਆ ਆਪਣੀ ਬੈਕਗਰਾਊਂਡ ਨੋਇਸ ਹੋ ਗਈ ਠੀਕ ਹੈ ਪੂਅਰ ਇਕੁਇਪਮੈਂਟ ਹੋ ਗਏ ਜਿਹੜੇ ਵੀ ਆਪਾਂ ਇਕੁਇਪਮੈਂਟ ਯੂਜ਼ ਕਰਦੇ ਹੋ ਬਹੁਤ ਜ਼ਿਆਦਾ ਪੂਰ ਹੋਣ ਅਤੇ ਬੈਡ ਹੀਅਰਿੰਗ ਮਤਲਬ ਘੱਟ ਸੁਣੇ ਠੀਕ ਹੈ ਮਤਲਬ ਆਪਾਂ ਸੁਣੀ ਤਾਂ ਸਹੀ ਪਰ ਉਹ ਆਪਾਂ ਨੂੰ ਸਹੀ ਤਰੀਕੇ ਨਾਲ ਸਮਝ ਨਾ ਆਵੇ ਠੀਕ ਹੈ ਪੂਅਰ ਆਈਸਾਈਟ ਆਪਣੀ ਜਿਹੜੀ ਅੱਖਾਂ ਦੀ ਨਿਗਾਹ ਉਹ ਘੱਟ ਹੋਵੇ ਠੀਕ ਹੈ ਸਪੀਚ ਇੰਪੀਡੀਮੈਂਟ ਅਤੇ ਸਪੀਚ ਹੈ ਜਿਹੜੀ ਉਹਦੇ ਵਿੱਚ ਮਤਲਬ ਕਲੈਰਿਟੀ ਨਾ ਹੋਵੇ ਠੀਕ ਇਹ ਕਿਨੇ ਇਫੈਕਟਿਵ ਕਮਿਊਨੀਕੇਸ਼ਨ ਦਾ ਫਸਟ ਬੈਰੀਅਰ ਫਿਜ਼ੀਕਲ ਐਂਡ ਸਾਈਕੋਲੋਜੀਕਲ ਬੈਰੀਅਰ ਨੈਕਸਟ on ਕੇ ਇਮੋਸ਼ਨਲ ਐਂਡ ਕਲਚਰਲ ਨੋਇਸ ਇਮੋਸ਼ਨਸ ਐਂਡ ਐਟੀਟਿਊਡਸ ਇਫੈਕਟ objectivity as do the stereotypical assumptions that people make about each other based on cultural background ਠੀਕ ਹੈ ਕਹਿੰਦੇ ਇਮੋਸ਼ਨਸ ਜਿੱਦਾਂ ਐਂਗਰ ਹੋ ਗਿਆ ਫੀਅਰ ਅਤੇ ਸੈਡਨੈਸ ਅਤੇ ਐਟੀਟਿਊਡ ਹੈਵਿੰਗ ਟੂ ਬੀ ਰਾਈਟ ਆਲ ਦੀ ਟਾਈਮ ਬਿਲੀਵਿੰਗ ਵਨ ਸੈਲਫ ਟੂ ਬੀ ਸੁਪੀਰੀਅਰ ਔਰ ਇੰਟੀਰੀਅਰ ਟੂ ਅਦਰਸ ਕਿਉਂਕਿ ਇਮੋਸ਼ਨਸ ਆਪਣੇ ਕਿਹੜੇ ਹੁੰਦੇ ਨੇ ਐਂਗਰ ਹੋ ਗਿਆ ਫੀਅਰ ਹੋ ਗਿਆ ਅਤੇ ਸੈਡਨੈਸ ਹੋ ਗਿਆ ਇਹ ਵੀ ਮਤਲਬ ਆਪਣੀ ਇਫੈਕਟਿਵ ਕਮਿਊਨੀਕੇਸ਼ਨ ਦਾ ਬੈਰੀਅਰ ਹੈਗਾ ਕਿਉਂਕਿ ਜਿਹੜੀ ਕਮਿਊਨੀਕੇਸ਼ਨ ਹੁੰਦੀ ਹੈ ਆਪਣੀ ਬਹੁਤ ਜ਼ਿਆਦਾ ਪੋਲਾਈਟ ਹੋਣੀ ਚਾਹੀਦੀ ਕੋਈ ਆਪਾਂ ਕੋਈ ਇਨਫੋਰਮੇਸ਼ਨ ਕਿਸੇ ਨਾਲ ਸ਼ੇਅਰ ਕਰ ਰਹੇ ਜਾਂ ਕੋਈ ਇਨਫੋਰਮੇਸ਼ਨ ਆਪਾਂ ਇੱਕ ਦੂਜੇ ਨਾਲ ਐਕਸਚੇਂਜ ਕਰ ਰਹੇ ਕੋਈ ਆਈਡੀਆਜ਼ ਵਿਊਜ਼ ਠੀਕ ਹੈ ਆਪਾਂ ਕਿਸੇ ਦੇ ਅੱਗੇ ਰੱਖ ਰਹੇ ਹਾਂ ਤਾਂ ਆਪਾਂ ਨੂੰ ਇਸ ਤਰੀਕੇ ਨਾਲ ਰੱਖਣੇ ਚਾਹੀਦੇ ਨੇ ਕਿ ਉਹ ਆਪਾਂ ਜੋ ਵੀ ਆਪਣਾ ਪੁਆਇੰਟ ਆਫ ਵਿਊ ਉਹਨੂੰ ਉਹ ਚੰਗੀ ਤਰ੍ਹਾਂ ਅੰਡਰਸਟੈਂਡ ਕਰ ਸਕੇ ਅਤੇ ਉਹਦੀ ਕਲੈਰਿਟੀ ਨੂੰ ਉਹ ਸਮਝ ਸਕੇ ਨਾ ਕਿ ਆਪਾਂ ਮਤਲਬ ਆਪਣੀ ਜਿਹੜੀ ਨੋਇਸ ਹੈ ਆਪਣੇ ਇਮੋਸ਼ਨਸ ਨੇ ਜਿਹੜੇ ਉਹ ਨਾ ਤਾਂ ਜ਼ਿਆਦਾ ਸੈਡ ਹੋਣੇ ਚਾਹੀਦੇ ਨੇ ਨਾ ਆਪਣੇ ਅੰਦਰ ਕੋਈ ਡਰ ਹੋਣਾ ਚਾਹੀਦਾ ਅਤੇ ਨਾ ਹੀ ਆਪਾਂ ਨੂੰ ਮਤਲਬ ਗੁੱਸੇ 'ਚ ਆਪਾਂ ਆਪਣੇ ਜਿਹੜੀ ਚੀਜ਼ ਕੋਈ ਵੀ ਇਨਫੋਰਮੇਸ਼ਨ ਉਹਨਾਂ ਸਾਹਮਣੇ ਨਹੀਂ ਰੱਖ ਸਕਦੇ ਠੀਕ ਹੈ ਇਹ ਆਪਣਾ ਇੱਕ ਬਹੁਤ ਵੱਡਾ ਬੈਰੀਅਰ ਹੁੰਦਾ ਆਪਣੀ ਇਫੈਕਟਿਵ ਕਮਿਊਨੀਕੇਸ਼ਨ ਦੇ ਵਿੱਚ ਕੋਈ ਵੀ ਇਨਫੋਰਮੇਸ਼ਨ ਸ਼ੇਅਰ ਕਰਨ ਦੇ ਵਿੱਚ ਕਲਚਰਲ ਨੋਇਸ ਕੀ ਹੋ ਗਿਆ ਕਿ ਜਿਹੜੀ ਵੀ ਆਪਣੀ ਕਲਚਰਲ ਬੈਕਗਰਾਊਂਡ ਆ ਕੋਈ ਵੀ ਮਤਲਬ ਕਿ ਆਪਣੇ ਜਿਹੜਾ ਕਲਚਰ ਹੈ ਕੋਈ ਵੀ ਆਪਣੀ ਕਾਸਟ ਰਿਲੀਜਨ ਲਾ ਲਓ ਠੀਕ ਹੈ ਕੋਈ ਕਮਿਊਨੀਕੇਸ਼ਨ ਸ਼ੇਅਰ ਕਰਨ ਵੇਲੇ ਉਹ ਇੰਨੀ ਮਤਲਬ ਇੰਪੋਰਟੈਂਸ ਨਹੀਂ ਦੇਣੀ ਚਾਹੀਦੀ ਆਪਾਂ ਨੂੰ ਉਹ ਚੀਜ਼ ਨੂੰ ਠੀਕ ਹੈ ਤਾਂ ਕਿ ਸਾਹਮਣੇ ਵਾਲਾ ਜਿਹੜਾ ਆਪਣੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਨ ਲੱਗੇ ਆਪਣੇ ਨਾਲ ਠੀਕ ਹੈ ਹੈਜੀਟੇਸ਼ਨ ਨਾ ਹੋਵੇ ਉਹਨੂੰ ਕੋਈ ਠੀਕ ਹੈ ਉਹ ਈਜ਼ੀਲੀ ਆਪਣੀ ਇਨਫੋਰਮੇਸ਼ਨ ਹੈ ਜਿਹੜੀ ਉਹ ਗ੍ਰੈਬ ਕਰ ਸਕੇ ਅਤੇ ਅੰਡਰਸਟੈਂਡ ਕਰ ਸਕੇ थर्ड वन क्या लैंग्वेज स्पीकिंग डिफरेंट लैंग्वेज हैविंग स्ट्रॉन्ग एसेंट्स यूजिंग स्लैग और जार्गन कैन फ्रस्ट्रेट कम्युनिकेशन एंड नेगोटिएशन एफर्ट कहते अब स्पीकिंग अलग